ਹਾਂਜੀ, ਅਸੀਂ ਦੇਖਾਂਗੇ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਬਾਰੇ ਗੱਲ ਕਰਾਂਗੇ। ਪੰਜਾਬੀ ਭਾਸ਼ਾ ਦੇ ਨਿਕਾਸ ਵਿਕਾਸ ਬਾਰੇ ਬਹੁਤ ਸਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ, ਜਿਨ੍ਹਾਂ ਨੇ ਆਪਣੇ-ਆਪਣੇ ਢੰਗ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੇ ਅਸੀਂ ਥੋੜ੍ਹੀ ਜਿਹੀ ਝਾਤ ਪਾਈਏ ਸਾਰਿਆਂ ਦੀ ਸਾਂਝੀ ਰਾਏ ਦੇ ਉੱਤੇ, ਤੇ ਪੰਜਾਬੀ ਭਾਸ਼ਾ ਦਾ ਜੋ ਵਿਕਾਸ ਨਿਕਾਸ ਹੈ, ਬਹੁਤ ਸਾਰੇ ਜਿਹੜੇ ਵੱਖ-ਵੱਖ ਪੜਾਵਾਂ ਤੋਂ ਹੋ ਕੇ ਗੁਜ਼ਰਿਆ। ਤਾਂ ਉਹਦੇ ਲਈ ਅਸੀਂ ਇੱਥੇ ਇਸ ਵੀਡੀਓ ਦੇ ਵਿੱਚ ਦੇਖਾਂਗੇ। ਤਾਂ ਮੈਂ ਥੋੜ੍ਹੀ ਜਿਹੀ ਇਸ ਦੀ ਬੈਕਗਰਾਉਂਡ ਦੱਸਣਾ ਚਾਹਾਂਗੀ, ਜੋ ਕਿ ਇੱਥੇ ਲਿਖਿਆ ਕਿ ਪੰਜਾਬੀ ਅਜਿਹੀ ਭਾਸ਼ਾ ਹੈ, ਜਿਸ ਦਾ ਜਨਮ ਸ਼ੌਰ ਸੈਣੀ ਤੇ ਪਛਾਚੀ ਦੁਆਰਾ ਇਸ ਇਲਾਕੇ ਦੇ ਲੋਕਾਂ ਜਾਂ ਜਾਤੀਆਂ ਦੀ ਬੋਲੀ ਕੈਕਈ ਅਤੇ ਟੈਕੀ ਦੇ ਮਿਸ਼ਰਣ ਨਾਲ ਹੋਇਆ। ਹੁਣ ਅਸੀਂ ਇਹਨਾਂ ਦਾ ਕੈਕਈ, ਟੈਕੀ ਤੇ ਸ਼ੌਰ ਸੈਣੀ ਬਾਰੇ ਥੋੜ੍ਹਾ ਜਿਹਾ ਜਾਣਾਂਗੇ। ਤੇ ਮੈਂ ਦੱਸਣਾ ਚਾਹਾਂਗੀ ਕਿ ਪੰਜਾਬੀ ਭਾਰਤੀ ਆਰਿਆਈ ਪਰਿਵਾਰ ਦੀ ਭਾਸ਼ਾ ਹੈ। ਜਿਹੜੀ ਭਾਰਤੀ ਆਰਿਆਈ ਜਿਹੜੇ ਪਰਿਵਾਰ ਸੀ ਜਦੋਂ ਭਾਰਤ ਵਿੱਚ ਆਏ, ਤਾਂ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਦਾ ਵਿਸਤਾਰ ਕੀਤਾ। ਸੰਸਕ੍ਰਿਤ ਜਿਹੜੀ ਭਾਸ਼ਾ ਹੈ, ਉਹ ਤੇ ਪੰਜਾਬੀ ਦਾ ਗੂੜਾ ਰਿਸ਼ਤਾ ਹੈ, ਮਾਂ-ਧੀ ਦਾ ਰਿਸ਼ਤਾ ਵੀ ਪੰਜਾਬੀ ਪੀੜ੍ਹੀਆਂ ਤੇ ਜਿਸ ਤਰ੍ਹਾਂ ਮਾਂ-ਧੀ ਦਾ ਰਿਸ਼ਤਾ ਦੇ ਤੌਰ ਤੇ ਇਸ ਨੂੰ ਨਿਸ਼ਚਿਤ ਕੀਤਾ ਗਿਆ ਹੈ। ਤਾਂ ਇਹਦੇ 'ਚ ਇਹ ਹਿੰਦ ਯੂਰਪੀ ਜਿਹੜੇ ਪਰਿਵਾਰ ਵਿੱਚ ਸੰਸਕ੍ਰਿਤ ਨੂੰ ਮਹੱਤਵਪੂਰਨ ਸਥਾਨ ਜਿਹੜਾ ਸੀ ਉਹ ਮਿਲਿਆ। ਤੇ ਸੰਸਕ੍ਰਿਤ ਹੌਲੀ-ਹੌਲੀ ਇੱਕ ਵਿਕਾਸ ਦੀ ਜਿਹੜੀ ਤਰੱਕੀ ਦੀ ਪੌੜੀ ਚੜ੍ਹਦੀ ਗਈ ਤੇ ਉਹਦੇ ਨਾਲ-ਨਾਲ ਹੌਲੀ-ਹੌਲੀ ਦੂਜੀਆਂ ਭਾਸ਼ਾਵਾਂ ਵੀ ਵਿਕਾਸ ਕਰਦੀਆਂ ਗਈਆਂ। ਤੇ ਆਪਾਂ ਦੇਖਦੇ ਹਾਂ ਕਿ ਸੰਸਕ੍ਰਿਤ ਨੂੰ ਵੀ ਪੁਰਾਣੇ ਸਮੇਂ 'ਚ 2 ਤਰ੍ਹਾਂ ਨਾਲ ਵੰਡਿਆ ਗਿਆ। ਇੱਕ ਵੈਦਿਕ ਸੰਸਕ੍ਰਿਤ ਸੀ, ਇੱਕ ਛਾਂਦਸ ਸੀ। ਤੇ ਵੈਦਿਕ ਸੰਸਕ੍ਰਿਤ ਨੇ ਪਹਿਲੀ ਵਾਰ ਰਿਗਵੇਦ ਨਾਂ ਦਾ ਜਿਹੜਾ ਗ੍ਰੰਥ ਹੈ, ਉਸ ਦੀ ਰਚਨਾ ਕੀਤੀ। ਤੇ ਰਿਗਵੇਦ ਪਹਿਲਾ ਭਾਰਤ ਦਾ ਕਹਿ ਸਕਦੇ ਹਾਂ ਗ੍ਰੰਥ ਹੈ, ਜਿਸ ਦੀ ਰਚਨਾ ਪੰਜਾਬ ਦੇ ਵਿੱਚ ਹੋਈ। ਤੇ ਵੈਦਿਕ ਸੰਸਕ੍ਰਿਤ ਦਾ ਵਿਕਾਸ ਵੀ ਇਸ ਦੇ ਨਾਲ ਹੋਇਆ। ਤੇ ਹੌਲੀ-ਹੌਲੀ ਵੈਦਿਕ ਸੰਸਕ੍ਰਿਤ ਜਿਹੜੀ ਆ, ਇਹਦੇ ਵਿੱਚ 2 ਤਰ੍ਹਾਂ ਦੇ ਜਿਹੜੇ ਰੂਪ ਬਣਦੇ ਗਏ। ਇੱਕ ਵੈਦਿਕ ਸੰਸਕ੍ਰਿਤ ਸੀ, ਇੱਕ ਕਲਾਸੀਕਲ ਸੰਸਕ੍ਰਿਤ ਸੀ। ਜਿਹੜੀ ਕਲਾਸੀਕਲ ਸੰਸਕ੍ਰਿਤ ਸੀ, ਉਹ ਤਾਂ ਜਿਹੜੀ ਪੰਡਤਾਊ ਭਾਸ਼ਾ ਸੀ, ਉੱਥੋਂ ਤੱਕ ਸੀਮਤ ਰਹਿ ਗਈ। ਤੇ ਜਿਹੜੀ ਵੈਦਿਕ ਸੰਸਕ੍ਰਿਤ ਸੀਗੀ, ਉਹ ਹੌਲੀ-ਹੌਲੀ ਜਿਹੜਾ ਉਹਦਾ ਸੰਬੰਧ ਆ, ਉਹ ਆਮ ਲੋਕਾਂ ਦੇ ਨੇੜੇ ਆਇਆ। ਤੇ ਆਮ ਲੋਕਾਂ ਨੇ ਇਸ ਵੈਦਿਕ ਸੰਸਕ੍ਰਿਤ ਨੂੰ ਸੁਣਿਆ, ਪੜ੍ਹਿਆ ਤੇ ਇਸ ਦਾ ਵਿਕਾਸ ਹੋਇਆ। ਪਰ ਇਸੇ ਤੋਂ ਹੀ ਅਗਲਾ ਪੜਾਅ ਜਿਹੜਾ ਸ਼ੁਰੂ ਹੁੰਦਾ, ਫਿਰ ਗੱਲ ਕਰਦੇ ਹਾਂ ਕਿ ਵੈਦਿਕ ਸੰਸਕ੍ਰਿਤ ਜਦੋਂ ਥੋੜ੍ਹੀ ਜਿਹੀ ਉਹਦਾ ਪ੍ਰਚਾਰ ਵੀ ਲੋਕਾਂ 'ਚ ਘਟ ਗਿਆ, ਤਾਂ ਉਸ ਵੇਲੇ ਇੱਕ ਨਵੀਂ ਭਾਸ਼ਾ ਜਿਹੜੀ ਸਾਹਮਣੇ ਆਈ, ਉਹ ਸੀ ਪਾਲੀ। ਪਾਲੀ ਉਹ ਭਾਸ਼ਾ ਹੈ ਜਿਹੜੀ ਮਹਾਤਮਾ ਬੁੱਧ ਦੇ ਧਰਮ ਦੇ ਪ੍ਰਚਾਰ ਵਾਸਤੇ ਵਰਤੀ ਜਾਣ ਵਾਲੀ ਭਾਸ਼ਾ ਸੀ। ਤੇ ਬੋਧੀ ਲੋਕ ਜਿਹੜੇ ਸੀ ਇਹਦੇ ਵਿੱਚ ਉਸ ਨੂੰ ਇਹਦੇ 'ਚ ਲਿਖਦੇ ਜਾਂ ਇਸ ਨੂੰ ਬੋਲਦੇ। ਤਾਂ ਇਸ ਕਰਕੇ ਇਹ ਪਾਲੀ ਭਾਸ਼ਾ ਲਿਖੀ ਹੈ, ਖ਼ਾਸ ਤੌਰ ਤੇ ਇੱਕ ਇਲਾਕੇ ਦੀ ਭਾਸ਼ਾ ਨਾ ਹੋ ਕੇ ਬੁੱਧ ਧਰਮ ਦੀ ਭਾਸ਼ਾ ਸੀ। ਤੇ ਇਸੇ ਤਰੀਕੇ ਨਾਲ ਜਦੋਂ ਇਸ ਜਿਹੜੀ ਪਾਲੀ ਭਾਸ਼ਾ ਹੈ, ਹੌਲੀ-ਹੌਲੀ ਉਸ ਦਾ ਵੀ ਅਸਰ ਘਟ ਗਿਆ। ਤੇ ਪਾਲੀ ਭਾਸ਼ਾ ਤੋਂ ਬਾਅਦ ਅਗਲਾ ਯੁੱਗ ਆਇਆ ਪ੍ਰਾਕਿਰਤਾਂ ਦਾ ਯੁੱਗ। ਤੇ ਪ੍ਰਾਕਿਰਤਾਂ ਦੇ ਯੁੱਗ ਵਿੱਚ ਜੇ ਅਸੀਂ ਦੇਖੀਏ ਤਾਂ ਜਿਹੜੀ ਪ੍ਰਾਕਿਰਤ ਦਾ ਮਤਲਬ ਹੁੰਦਾ ਕੁਦਰਤੀ, ਉਹ ਭਾਸ਼ਾਵਾਂ ਜਿਨ੍ਹਾਂ ਵਿੱਚ ਕੋਈ ਬਣਾਵਟ ਨਹੀਂ ਆ। ਪ੍ਰਾਕਿਰਤ ਸਹਿਜ ਸੁਭਾਵਿਕ ਢੰਗ ਨਾਲ ਵਿਕਸਿਤ ਹੋਈ ਹੁੰਦੀ ਹੈ, ਤੇ ਇਹਦੇ ਵਿੱਚ ਕੋਈ ਵਿਆਕਰਨਿਕ ਹੱਦਬੰਦੀਆਂ ਨਹੀਂ ਹੁੰਦੀਆਂ। ਤਾਂ ਜੇ ਅਸੀਂ ਗੱਲ ਕਰੀਏ ਤਾਂ ਪੰਜਾਬੀ ਜਿਹੜੀ ਭਾਸ਼ਾ ਹੈ, ਉਸਦੇ ਆਧਾਰ 'ਚ ਪਹਿਲਾਂ ਸੰਸਕ੍ਰਿਤ ਦਾ ਯੋਗਦਾਨ, ਸੰਸਕ੍ਰਿਤ ਤੋਂ ਬਾਅਦ ਪਾਲੀ। ਤੇ ਪਾਲੀ ਜਿਹੜੀ ਹੈ ਇਹ ਵੀ ਕਾਫ਼ੀ ਸਮਾਂ ਵਿਕਸਿਤ ਹੋਈ। ਤੇ ਪਾਲੀ ਦਾ ਸਮਾਂ ਇੱਥੇ ਜਿਸ ਤਰ੍ਹਾਂ ਅਸੀਂ ਦੇਖੀਏ ਤਾਂ ਮੰਨਿਆ ਗਿਆ 500 ਈਸਵੀ ਪੂਰਵ ਤੱਕ। ਤੇ ਉਸ ਤੋਂ ਬਾਅਦ ਫਿਰ ਅਗਲਾ ਯੁੱਗ ਆਇਆ। ਪਾਲੀ ਦੇ ਵਿੱਚ ਅਗਲਾ ਯੁੱਗ ਆ ਗਿਆ ਪ੍ਰਾਕਿਰਤਾਂ ਦਾ। ਤੇ ਪ੍ਰਾਕਿਰਤਾਂ ਜਿਹੜੀਆਂ ਨੇ ਇਹਨਾਂ ਦਾ ਸੰਬੰਧ ਆਮ ਲੋਕਾਂ ਦੇ ਪ੍ਰਕਿਰਤ ਤੋਂ ਬਣਿਆ ਪ੍ਰਕਿਰਤਕ ਉਪਭਾਸ਼ਾ ਤੋਂ ਆ। ਇਹ ਲੋਕ ਜਦੋਂ ਆਪਸ 'ਚ ਆਮ ਬੋਲੀ 'ਚ ਗੱਲਬਾਤ ਕਰਦੇ ਸੀ, ਜਿਹਦੇ ਵਿੱਚ ਬਹੁਤ ਜ਼ਿਆਦਾ ਗ੍ਰਾਮਰ ਤੋਂ ਕੰਮ ਨਹੀਂ ਲਿਆ ਜਾਂਦਾ, ਕੋਈ ਉਚੇਚ ਨਹੀਂ ਸੀ, ਤਾਂ ਉਹਨੂੰ ਪ੍ਰਾਕਿਰਤ ਕਿਹਾ ਜਾਂਦਾ। ਤੇ ਪ੍ਰਾਕਿਰਤ ਜਿਹੜੀਆਂ ਨੇ ਇਹਨਾਂ ਨੂੰ ਵੀ ਅਸੀਂ 4 ਤਰ੍ਹਾਂ ਦੀਆਂ ਵੰਡੀਆਂ ਗਈਆਂ, ਖ਼ਾਸ ਕਰਕੇ ਮਹਾਰਾਸ਼ਟਰੀ ਪ੍ਰਾਕਿਰਤ, ਪੈਸ਼ਾਚੀ ਪ੍ਰਾਕਿਰਤ, ਮਾਗਧੀ ਪ੍ਰਾਕਿਰਤ ਅਤੇ ਸ਼ੌਰ ਸੈਣੀ। ਹੁਣ ਆਪਾਂ ਆਪਣੇ ਸਵਾਲ ਤੇ ਆਉਂਦੇ ਹਾਂ ਕਿ ਸ਼ੌਰ ਸੈਣੀ ਅਤੇ ਪੈਸ਼ਾਚੀ ਦਾ ਭਾਵ ਹੈ ਇਹ ਉਹ ਪ੍ਰਾਕਿਰਤ ਭਾਸ਼ਾਵਾਂ ਜਿਹੜੀਆਂ ਸੰਸਕ੍ਰਿਤ ਅਤੇ ਪਾਲੀ ਤੋਂ ਬਾਅਦ ਆਮ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਸੀ। ਸ਼ੌਰ ਸੈਣੀ ਤੇ ਪਿਸ਼ਾਚੀ ਸਨ। ਤੇ ਇਹਨਾਂ ਸ਼ੌਰ ਸੈਣੀ ਤੇ ਪਿਸ਼ਾਚੀ ਜਿਹੜੀਆਂ ਪ੍ਰਾਕਿਰਤਾਂ ਸਨ, ਹੌਲੀ-ਹੌਲੀ ਇਹਨਾਂ ਤੋਂ ਹੀ
ਪੰਜਾਬੀ ਭਾਸ਼ਾ ਜਿਹੜੀ ਹੈ ਉਸ ਦਾ ਵਿਕਾਸ ਹੋਇਆ, ਮਤਲਬ ਇਹਨਾਂ ਦਾ ਬੇਸ ਜਿਹੜਾ ਉਹ ਸੰਸਕ੍ਰਿਤ ਹੈ ਤੇ ਉਸ ਤੋਂ ਬਾਅਦ ਪਾਲੀ ਤੇ ਪਾਲੀ ਤੋਂ ਬਾਅਦ ਮਗਧੀ, ਸ਼ੌਰਸੈਨੀ, ਪਸ਼ਾਚੀ, ਇਹ ਜਿਹੜੀਆਂ ਹੈਗੀਆਂ ਨੇ ਉਹ ਪ੍ਰਾਕਿਰਤਾਂ ਮੈਂ ਜਿਵੇਂ ਪਹਿਲਾਂ ਦੱਸਿਆ ਨੈਚੁਰਲ ਭਾਸ਼ਾਵਾਂ ਜਿਹੜੀਆਂ ਇਲਾਕੇ 'ਚ ਲੋਕਾਂ ਨੇ ਕਿਤੇੋਂ ਸਿੱਖੀਆਂ ਨਹੀਂ, ਉਹਨਾਂ ਨੇ ਇੱਕ ਦੂਜੇ ਦੇ ਪ੍ਰਭਾਵ ਤੋਂ ਲਈਆਂ ਨੇ, ਉੱਥੋਂ ਪੰਜਾਬੀ ਦਾ ਵਿਕਾਸ ਮੰਨਿਆ ਜਾਂਦਾ ਤੇ ਮੰਨਿਆ ਜਾਂਦਾ ਕਿ ਜਿਹੜੀ ਸਾਡੀ ਪੂਰਬੀ ਪੰਜਾਬੀ ਹੈ ਉਹ ਸ਼ੌਰਸੈਨੀ, ਪਸ਼ਾਚੀ ਦੇ ਪ੍ਰਭਾਵ ਨਾਲ ਜਿਹੜਾ ਉਸ ਦਾ ਵਿਕਾਸ ਹੋਇਆ ਤੇ ਕੁਝ ਇਲਾਕਿਆਂ 'ਚ ਕੈਕਈ ਤੇ ਟੱਕੀ ਦੇ ਪ੍ਰਭਾਵ ਨਾਲ ਕੁਝ ਸ਼ਬਦ ਇਹ ਵੀ ਅੱਗੇ ਜਾ ਕੇ ਕੈਕਈ ਤੇ ਟੱਕੀ ਅਪਭ੍ਰੰਸ਼ਾਂ ਨੇ ਜਿਹੜੀਆਂ ਪ੍ਰਾਕਿਰਤ ਤੋਂ ਬਾਅਦ ਆਈਆਂ ਨੇ ਤੇ ਪੰਜਾਬੀ ਭਾਸ਼ਾ ਦਾ ਜਨਮ ਕਾਲ ਤੋਂ ਅੱਜ ਤੱਕ ਵਿਕਾਸ ਕਰਦੀ ਆਈ ਹੈ। ਇਸ ਭਾਸ਼ਾ ਨੂੰ ਸਾਹਿਤ ਦੇ ਸੰਬੰਧ ਵਿੱਚ ਬੜੀ ਇਤਿਹਾਸਕ ਸਚਾਈ ਆ ਕਿ ਇਸ ਭਾਸ਼ਾ ਦੇ ਉੱਪਰ ਵੱਖ-ਵੱਖ ਜਿਹੜੀਆਂ ਸਮੇਂ ਦੇ ਨਾਲ ਲਹਿਰਾਂ ਨੇ ਜਾਂ ਦੇਸ਼ ਦਾ ਰਾਜਨੀਤਿਕ ਵਾਤਾਵਰਨ ਆ ਉਸਨੇ ਇਸ ਨੂੰ ਪ੍ਰਭਾਵਿਤ ਕੀਤਾ। ਸ਼ੁਰੂ ਤੋਂ ਹੀ ਪੰਜਾਬ ਉੱਪਰ ਰਾਜਨੀਤਿਕ ਹਮਲੇ ਹੁੰਦੇ ਰਹੇ, ਜਿਸ ਕਾਰਨ ਕੋਈ ਸਮਾਜਿਕ ਟਿਕਾਅ ਨਹੀਂ ਸੀ, ਜਿਸ ਦੇ ਸਿੱਟੇ ਵਜੋਂ ਸਾਹਿਤਿਕ ਨਿਰਮਾਣ ਪੂਰੀ ਤਰ੍ਹਾਂ ਨਹੀਂ ਹੋ ਸਕਿਆ। ਜਿਹੜਾ ਥੋੜਾ ਬਹੁਤ ਸਾਹਿਤ ਲਿਖਿਆ ਵੀ ਗਿਆ ਉਸ ਦੀ ਸੰਭਾਲ ਨਾ ਹੋ ਸਕੀ। ਜੀਵਨ ਵਿੱਚ ਵੀ ਪੰਜਾਬ ਉੱਪਰ ਸ਼ੁਰੂ ਤੋਂ ਹੀ ਕਈ ਰਾਜਨੀਤਿਕ ਹਮਲੇ ਆਏ, ਜਿਸ ਕਰਕੇ ਸਮਾਜਿਕ ਟਿਕਾਅ ਨਹੀਂ ਤੇ ਸਾਹਿਤਿਕ ਨਿਰਮਾਣ ਪੂਰੀ ਤਰ੍ਹਾਂ ਨਹੀਂ ਹੋਇਆ। ਜਿਹੜਾ ਥੋੜਾ ਬਹੁਤ ਸਾਹਿਤ ਲਿਖਿਆ ਗਿਆ ਉਹ ਵੀ ਸ਼ਾਂਤੀ ਕਾਰਨ ਨਾ ਸਾਂਭਿਆ ਜਾ ਸਕਿਆ। ਤਾਂ ਉਸ ਕਰਕੇ ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਜਿਸ ਨੂੰ ਬਹੁਤ ਵਾਰ ਲੁੱਟਿਆ ਗਿਆ, ਇਸ ਦਾ ਅਸਰ ਸਾਹਿਤ ਤੇ ਇਤਿਹਾਸ ਉੱਪਰ ਵੀ ਪਿਆ। ਹੁਣ ਜੇ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਵੰਡੀਏ ਤਾਂ ਇਸ ਨੂੰ ਅਸੀਂ 5 ਭਾਗਾਂ 'ਚ ਵੰਡ ਸਕਦੇ ਹਾਂ। ਇੱਕ ਪਹਿਲਾ ਹੈ ਆਰੰਭ ਤੋਂ ਲੈ ਕੇ 1000 ਤੱਕ ਦਾ ਸਮਾਂ, ਆਰੰਭ ਤੋਂ 1000 ਦਾ ਸਮਾਂ, ਦੂਜਾ 1000 ਈਸਵੀ ਤੋਂ 13ਵੀਂ ਸਦੀ ਤੱਕ ਦਾ ਸਮਾਂ ਤੇ ਤੀਸਰਾ ਹੈ 13ਵੀਂ ਸਦੀ ਤੋਂ 1708 ਤੱਕ ਦਾ ਸਮਾਂ ਤੇ ਚੌਥਾ ਹੈ 1708 ਤੋਂ 1850 ਤੱਕ ਦਾ ਸਮਾਂ ਤੇ ਪੰਜਵਾਂ ਹੈ 1850 ਤੋਂ ਹੁਣ ਤੱਕ ਦਾ ਸਮਾਂ। ਤਾਂ ਇਹਦੇ ਆਧਾਰ ਤੇ ਹੀ ਅਸੀਂ ਦੇਖਾਂਗੇ ਕਿ ਪੰਜਾਬੀ ਭਾਸ਼ਾ ਨੇ ਕਿੱਦਾਂ ਵਿਕਾਸ ਕੀਤਾ ਤੇ ਆਰੰਭ ਤੋਂ ਲੈ ਕੇ 1000 ਤੱਕ ਦੇ ਸਮੇਂ ਬਾਰੇ ਮੈਂ ਥੋੜੀ ਜਿਹੀ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਸਮਾਂ ਸੀ ਜਦੋਂ ਉੱਤਰੀ ਭਾਰਤ ਦੀਆਂ ਬੋਲੀਆਂ ਦਾ ਅਪਭ੍ਰੰਸ਼ ਕਾਲ ਮੰਨਿਆ ਗਿਆ ਸੀ। ਅਪਭ੍ਰੰਸ਼ ਦਾ ਮਤਲਬ ਵਿਗੜੀਆਂ ਤਿਗੜੀਆਂ ਭਾਸ਼ਾਵਾਂ, ਜਦੋਂ ਪਹਿਲਾਂ ਸੰਸਕ੍ਰਿਤ ਸੀ, ਸੰਸਕ੍ਰਿਤ ਤੋਂ ਵੈਦਿਕ ਸੰਸਕ੍ਰਿਤ ਜਾਂ ਕਲਾਸੀਕਲ ਸੰਸਕ੍ਰਿਤ ਬਣੀ। ਕਲਾਸੀਕਲ ਸੰਸਕ੍ਰਿਤ ਪੰਡਤਾਊ ਭਾਸ਼ਾ ਰਹਿ ਗਈ ਜਿਹੜੀ ਪੜ੍ਹਨ ਲਿਖਣ ਵਾਲੀ ਸੀ ਤੇ ਵੈਦਿਕ ਸੰਸਕ੍ਰਿਤ ਆਮ ਲੋਕਾਂ ਦੀ ਬੋਲਚਾਲ 'ਚ ਆ ਗਈ ਤੇ ਵੈਦਿਕ ਸੰਸਕ੍ਰਿਤ ਤੋਂ ਹੀ ਅੱਗੇ ਚੱਲ ਕੇ ਪਾਲੀ ਜਿਹੜੀ ਪ੍ਰਾਕਿਰਤ ਵਿਕਸਿਤ ਹੋਈ। ਪਾਲੀ ਦੇ ਵਿੱਚ ਬੋਧੀ ਸਾਹਿਤ ਰਚਿਆ ਗਿਆ ਉਸ ਵੇਲੇ ਤੇ ਪਾਲੀ ਦਾ ਜਦੋਂ ਪ੍ਰਚਾਰ ਪ੍ਰਸਾਰ ਘਟ ਗਿਆ ਫਿਰ ਪ੍ਰਕਿਰਤਾਂ ਪੈਦਾ ਹੋਈਆਂ। ਇਹ ਪ੍ਰਕਿਰਤਾਂ ਸਨ ਜਿਹੜੀਆਂ ਲੋਕਾਂ ਦੀਆਂ ਆਮ ਬੋਲਚਾਲ ਦੀਆਂ ਭਾਸ਼ਾਵਾਂ, ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਮਹਾਰਾਸ਼ਟਰੀ ਆ, ਮਗਧੀ ਆ ਜਾਂ ਪਸ਼ਾਚੀ ਆ ਜਾਂ ਸ਼ੌਰਸੈਨੀ ਆ ਤੇ ਇਹਨਾਂ ਤੋਂ ਬਾਅਦ ਅਗਲਾ ਦੌਰ ਸ਼ੁਰੂ ਹੋਇਆ ਅਪਭ੍ਰੰਸ਼ਾਂ ਦਾ। ਤੇ ਜਿਹੜੀਆਂ ਅਪਭ੍ਰੰਸ਼ਾਂ ਵੀ ਸੀਗੀਆਂ ਇਹਨਾਂ ਦਾ ਮਤਲਬ ਸੀ ਵਿਗੜੀਆਂ ਤਿਗੜੀਆਂ ਭਾਸ਼ਾ ਜਾਂ ਉਹ ਭਾਸ਼ਾਵਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵਿਕਸਿਤ ਨਹੀਂ ਹੈਗੀਆਂ, ਉਹ ਭਾਸ਼ਾਵਾਂ ਸੀ ਅਪਭ੍ਰੰਸ਼। ਤੇ ਅਪਭ੍ਰੰਸ਼ ਦਾ ਇਤਿਹਾਸ ਜਿਹੜਾ 1000 ਤੇ ਆ ਕੇ ਰੁਕ ਗਿਆ ਤੇ ਅਪਭ੍ਰੰਸ਼ ਜਿਹੜੀਆਂ ਸੀ ਉਹ ਮੈਂ ਇਹ ਵੀ ਇੱਕ ਹੋਰ ਗੱਲ ਵਿੱਚ ਸ਼ਾਮਿਲ ਕਰਨਾ ਚਾਹਾਂਗੀ ਕਿ ਅਪਭ੍ਰੰਸ਼ ਦੇ ਵਿੱਚ ਵੀ ਮੁੱਖ ਤੌਰ ਤੇ ਅਪਭ੍ਰੰਸ਼ਾਂ ਜਿਹੜੀਆਂ ਦੀ ਗਿਣਤੀ 5 ਮੰਨੀ ਗਈ ਹੈ, ਜਿਵੇਂ ਮਹਾਰਾਸ਼ਟਰੀ ਜਿਸ ਤੋਂ ਮਹਾਰਾਸ਼ਟਰ ਦੀ ਮਰਾਠੀ ਵਿਕਸਿਤ ਹੋਈ, ਮਾਗਧੀ ਜਿਸ ਤੋਂ ਬਿਹਾਰੀ, ਬੰਗਾਲੀ, ਉੜੀਆ ਤੇ ਅਸਾਮੀ ਭਾਸ਼ਾਵਾਂ ਬਣੀਆਂ ਤੇ ਅਰਧ ਮਾਗਧੀ ਜਿਸ ਤੋਂ ਪੂਰਬੀ ਹਿੰਦੀ ਵਿਕਸਿਤ ਹੋਈ, ਸ਼ੌਰਸੈਨੀ ਜਿਸ ਤੋਂ ਪੱਛਮੀ ਹਿੰਦੀ, ਪਹਾੜੀ ਰਾਜਸਥਾਨੀ, ਪੂਰਬੀ ਪੰਜਾਬੀ ਤੇ ਗੁਜਰਾਤੀ ਤੇ ਕੈਕਈ ਅਤੇ ਟੱਕੀ ਅਪਭ੍ਰੰਸ਼ ਜਿਨ੍ਹਾਂ ਤੋਂ ਲਹਿੰਦੀ ਪੰਜਾਬੀ ਤੇ ਉੱਤਰ ਪੱਛਮੀ ਜਿਹੜੀ ਸਾਡੀਆਂ ਪੰਜਾਬੀ ਆ ਉਹ ਪੈਦਾ ਹੋਈ। ਤਾਂ ਇਸ ਤਰ੍ਹਾਂ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਅਪਭ੍ਰੰਸ਼ਾਂ 1000 ਤੱਕ ਚੱਲਦੀਆਂ ਰਹੀਆਂ ਤੇ ਜਿਨ੍ਹਾਂ ਵਿੱਚੋਂ ਪੰਜਾਬੀ ਦੇ ਵਿਕਾਸ ਵਿੱਚ 2 ਅਪਭ੍ਰੰਸ਼ਾਂ ਨੇ ਪ੍ਰਭਾਵ ਪਾਇਆ। ਇੱਕ ਹੈ ਸ਼ੌਰਸੈਨੀ, ਦੂਸਰੀ ਕੈਕਈ ਤੇ ਟੱਕੀ ਤੇ ਇਹ ਪਹਿਲਾ ਦੌਰ ਸੀ। ਆਰੰਭ ਦੀ ਅਵਸਥਾ 1000 ਤੱਕ ਆਈ। ਉਸ ਤੋਂ ਬਾਅਦ 1000 ਤੋਂ 13ਵੀਂ ਸਦੀ ਤੱਕ ਦਾ ਜਿਹੜਾ ਸਮਾਂ ਹੈ ਉਹ ਬਹੁਤ ਜ਼ਿਆਦਾ ਉਥਲ-ਪੁਥਲ ਵਾਲਾ ਜਾਂ ਥੋੜਾ ਸਮਾਂ ਕਹਿ ਸਕਦੇ ਹਾਂ। ਇਹ ਸਪਤ ਸਿੰਧੂ ਦੇ ਇਲਾਕੇ ਦੀ ਬੋਲੀ ਦਾ ਸਮਾਂ ਹੈ, ਜਿਸ ਵਿੱਚ ਪੰਜਾਬੀ ਬੋਲੀ ਦਾ ਮੂੰਹ ਮੱਥਾ ਬਣ ਗਿਆ ਸੀ ਤੇ ਇਸ ਸਮੇਂ ਤੱਕ ਦੀ ਮਿਲਦੀ ਰਚਨਾ ਅਰਥਾਤ ਜੋਗੀਆਂ ਤੇ ਨਾਥਾਂ ਦੀ ਜਿਹੜੀ ਭਾਸ਼ਾ ਆ ਉਹ ਪੰਜਾਬੀਆਂ ਦੀ ਪੂਰੀ ਤਰ੍ਹਾਂ ਨਹੀਂ ਮੰਨੀ ਜਾ ਸਕਦੀ, ਪਰ ਫਿਰ ਵੀ ਇਹਨਾਂ ਦੀ ਰਚਨਾ ਵਿੱਚ ਪੰਜਾਬੀ ਸ਼ਬਦਾਂ ਦੀ ਬਹੁਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਭਾਸ਼ਾ ਉਸ ਵੇਲੇ ਵਿਕਾਸ ਕਰ ਰਹੀ ਸੀ।
ਡਾਕਟਰ ਮੋਹਨ ਸਿੰਘ ਦੀਵਾਨਾ ਨੇ ਨਾਥ ਜੋਗੀਆਂ ਦੀ ਭਾਸ਼ਾ ਨੂੰ ਪੰਜਾਬੀ ਨਾਲ ਜੋੜਿਆ ਹੈ ਤੇ ਉਹਨਾਂ ਨੇ ਕਿਹਾ ਜਿਵੇਂ ਨਾਥ ਜੋਗੀਆਂ ਦਾ ਇੱਕ ਤਰੀਕਾ ਸੀ ਆਪਣੀ ਗੱਲ ਕਰਨ ਦਾ, ਤਾਂ ਉਹਨਾਂ ਦਾ ਪ੍ਰਮਾਣ ਹੈ ਕਿ ਨਾਥ ਅਤੇ ਜੋਗੀ ਸਾਰੇ ਭਾਰਤ ਯਾਤਰਾ ਕਰਦੇ ਸਨ, ਇਸ ਲਈ ਇਹਦੀ ਭਾਸ਼ਾ ਮਿਸ਼ਰਤ ਬਣ ਗਈ। ਕੁਝ ਪ੍ਰਸਿੱਧ ਜੋਗੀ ਮਛੰਦਰ ਨਾਥ, ਚਰਪਟ ਨਾਥ, ਗੋਰਖਨਾਥ, ਚੁਰੰਗੀ ਨਾਥ ਦੀਆਂ ਰਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਪੰਜਾਬੀ ਭਾਸ਼ਾ ਆਪਣੇ ਆਪ ਨੂੰ ਵੱਖਰਾ ਰੂਪ ਦੇਣ ਦੇ ਰਸਤੇ ਤੇ ਚੱਲ ਰਹੀ ਸੀ। ਤੇ 10ਵੀਂ 11ਵੀਂ ਸਦੀ ਵਿੱਚ ਪੰਜਾਬੀ ਨੇ ਸਾਧ ਭਾਸ਼ਾ ਤੇ ਫਾਰਸੀ ਨਾਲ ਰਲ ਕੇ ਇੱਕ ਨਵੇਂ ਦੌਰ 'ਚ ਪ੍ਰਵੇਸ਼ ਕੀਤਾ ਸੀ। ਗੋਰਖਨਾਥ ਤੇ ਚਰਪਟ ਨਾਥ ਦੀਆਂ ਰਚਨਾਵਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਦੇ ਮਿਲਦੇ ਆ, ਜਿਵੇਂ ਉਹ ਕਹਿੰਦੇ ਆ, ਅੱਖੀਂ ਦੇਖਣਾ, ਕੰਨੀ ਸੁਣਨਾ, ਮੂੰਹ ਸੇ ਕੁਛ ਨਾ ਕਹਿਣਾ। ਇਹ ਚਰਪਟ ਨਾਥ ਨੇ ਲਿਖਿਆ ਹੈ, ਤੇ ਖਾਇਆ ਵੀ ਮਰੇ, ਅਣਖਾਇਆ ਵੀ ਮਰੇ, ਇਹ ਗੋਰਖਨਾਥ ਜੀ ਦਾ। ਜਾਂ ਜੋ ਘਰ ਤਿਆਗ ਕਹਾਵੇ ਜੋਗੀ, ਘਰ ਵਾਸੀ ਕੋ ਕਹੇ ਜੋ ਭੋਗੀ, ਅੰਤਰ ਭਾਵ ਨ ਪਰਖੇ ਜੋਈ, ਗੋਰਖ ਆਖੇ ਮੂਰਖ ਸੋਈ। ਤਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਪੰਜਾਬੀ ਦਾ ਕਾਫੀ ਪ੍ਰਭਾਵ ਹੈ, ਪਰ ਪੂਰੀ ਤਰ੍ਹਾਂ ਪੰਜਾਬੀ ਨਹੀਂ ਕਹਿ ਸਕਦੇ। ਇਸ ਸਾਰੇ ਸਮੇਂ 'ਚ ਆਮ ਜਨਤਾ ਤੇ ਲੋਕ ਭਾਵਾਂ ਨੂੰ ਵਧੇਰੇ ਚੰਗੇ ਭਾਵਾਂ ਨਾਲ ਪੇਸ਼ ਕਰਨ ਵਾਲੀ ਲੋਕ ਕਵਿਤਾ ਵੀ ਮਿਲਦੀ ਆ, ਜਿਨ੍ਹਾਂ ਵਿੱਚ ਸੁਹਾਗ, ਘੋੜੀਆਂ, ਅਖਾਣ, ਮੁਹਾਵਰੇ, ਬੁਝਾਰਤਾਂ, ਲੋਕ ਗੀਤ, ਲੋਕ ਵਾਰਾਂ, ਪੀੜ੍ਹੀਓ ਪੀੜ੍ਹੀ ਲੋਕ ਮੂੰਹਾਂ ਦੁਆਰਾ ਅੱਗੇ ਪੁੱਜੇ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਇਸਲਾਮੀ ਸੱਭਿਆਚਾਰ ਅਤੇ ਜਿਹੜਾ ਧਰਮ ਦਾ ਪੂਰਾ ਪ੍ਰਭਾਵ ਹੈ। ਤਾਂ ਇਸ ਤਰ੍ਹਾਂ ਅਸੀਂ ਜੇ ਮੰਨਿਆ ਕਿ ਪਹਿਲਾ ਜਿਹੜਾ ਦੌਰ ਤੋਂ ਦੂਜਾ ਦੌਰ 1000 ਤੋਂ ਬਾਅਦ ਵਾਲਾ, ਉਹਦੇ 'ਚ ਇਹ ਸਮਾਂ ਸੀ। ਉਦੋਂ ਬਾਅਦ 13ਵੀਂ ਸਦੀ ਤੋਂ ਲੈ ਕੇ 1708 ਤੱਕ ਦਾ ਸਮਾਂ ਤੇ ਜਿਹੜਾ ਹੈ ਉਹ ਵੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਭਾਸ਼ਾ ਲਈ, ਕਿਉਂਕਿ 13ਵੀਂ ਸਦੀ ਦਾ ਸਮਾਂ ਬਾਬਾ ਫਰੀਦ ਦੇ ਸਮੇਂ ਨਾਲ ਵੀ ਜੁੜਦਾ ਹੈ। 13ਵੀਂ ਸਦੀ ਤੋਂ 17ਵੀਂ ਸਦੀ ਤੱਕ ਦੇ ਸਮੇਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਮੱਧਕਾਲ ਕਿਹਾ ਜਾਂਦਾ ਹੈ। ਇਸ ਕਾਲ 'ਚ ਪੰਜਾਬੀ ਸਾਹਿਤ ਆਕਾਰ ਤੇ ਪ੍ਰਕਾਰ ਦੋਹਾਂ ਪੱਖਾਂ ਤੋਂ ਸਿਖਰਾਂ ਨੂੰ ਛੂਹਦਾ ਹੈ। ਨਾਲ ਹੀ ਪੰਜਾਬੀ ਭਾਸ਼ਾ ਵੀ ਬਲਵਾਨ ਹੁੰਦੀ ਹੈ। ਇਸ ਕਾਲ ਵਿੱਚ ਰਚੇ ਸਾਹਿਤ ਦੀ ਭਾਸ਼ਾ ਸੰਬੰਧੀ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਇੱਕ ਪਾਸੇ ਬ੍ਰਾਹਮਣ ਸੰਸਕ੍ਰਿਤ ਨੂੰ ਵੇਦ ਭਾਸ਼ਾ ਮੰਨਣ ਵਾਲੇ ਸਨ ਤੇ ਲੋਕ ਬੋਲੀਆਂ ਨੂੰ ਬਹੁਤ ਪਛੜੀਆਂ ਕਹਿ ਰਹੇ ਸਨ। ਦੂਸਰੇ ਪਾਸੇ ਰਾਜਿਆਂ ਦੀ ਭਾਸ਼ਾ ਫਾਰਸੀ ਭਾਰਤੀ ਬੋਲੀਆਂ ਉੱਪਰ ਆਪਣਾ ਦਬਾਅ ਪਾ ਰਹੀ ਸੀ। ਇਸ ਸਮੇਂ ਲਿਖੇ ਸੂਫੀ ਕਾਵਿ ਨੇ ਰੱਬੀ ਪਿਆਰ ਅਤੇ ਬਿਰਹਾ ਦੇ ਗੀਤ ਗਾਏ। ਉੱਥੇ ਸਿੱਖ ਗੁਰੂਆਂ ਨੇ ਧੁਰ ਕੀ ਬਾਣੀ ਗਾਈ। ਪੰਜਾਬੀ ਭਾਸ਼ਾ ਦੀ ਸਮਰੱਥਾ ਨੂੰ ਵਧਾ ਕੇ ਇਸ ਨੂੰ ਸੂਖਮ ਅਤੇ ਦਾਰਸ਼ਨਿਕ ਵਿਚਾਰ ਪ੍ਰਗਟਾਉਣ ਦੀ ਸਮਰੱਥਾ ਬਣਾ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸੂਖਮ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਕਰਕੇ ਇਸ ਨੂੰ ਗੌਰਵਮਈ ਬਣਾਇਆ। ਭਾਵੇਂ ਉਹ ਸਮਾਂ ਸੀ ਜਦੋਂ ਬਾਬਾ ਫਰੀਦ ਅਤੇ ਉਸ ਤੋਂ ਬਾਅਦ ਸ਼ਾਹ ਹੁਸੈਨ, ਸੁਲਤਾਨ ਬਾਹੂ ਲਿਖ ਰਹੇ ਆ, ਦੂਜੇ ਪਾਸੇ ਦਮੋਦਰ ਕਿੱਸੇ ਲਿਖ ਰਿਹਾ ਆ, ਜਾਂ ਪੀਲੂ ਲਿਖ ਰਿਹਾ ਹੈ, ਜਾਂ ਉਸਦੇ ਨਾਲ ਹੀ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਲਿਖ ਰਹੇ ਆ। ਤਾਂ ਇਹ ਸਮਾਂ ਲਗਾਤਾਰ ਉਹ ਸਮਾਂ ਸੀ ਜਦੋਂ ਪੰਜਾਬੀ ਭਾਸ਼ਾ ਨੂੰ ਸਾਹਿਤਕ ਤੌਰ ਤੇ ਕਾਫੀ ਜ਼ਿਆਦਾ ਵਿਕਸਿਤ ਹੋਣ ਦਾ ਮੌਕਾ ਮਿਲ ਰਿਹਾ ਸੀ। ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਪੰਜਾਬੀ ਭਾਸ਼ਾ ਨੂੰ ਬਹੁਮੁੱਲਾ ਖਜ਼ਾਨਾ ਦਿੱਤਾ। ਸੂਫੀਆਂ ਚੋਂ ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਕਿੱਸਾ ਕਵੀਆਂ ਚੋਂ ਪੀਲੂ, ਦਮੋਦਰ, ਹਾਫਿਜ਼, ਅਹਿਮਦ ਗੁੱਜਰ ਕਵੀਆਂ ਨੇ ਵਿਸ਼ੇ ਅਤੇ ਭਾਸ਼ਾ ਦੇ ਪੱਖ ਤੋਂ ਆਮ ਲੋਕਾਂ ਦੇ ਪੱਧਰ ਤੱਕ ਪੰਜਾਬੀ ਦਾ ਘੇਰਾ ਫੈਲਾਇਆ। ਭਾਈ ਗੁਰਦਾਸ ਦੀਆਂ 39 ਵਾਰਾਂ ਤੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਇਸੇ ਹੀ ਕਾਲ ਦੀ ਵਿਸ਼ੇਸ਼ ਰਚਨਾ ਹੈ। ਇਸ ਕਾਲ ਵਿੱਚ ਕੁਝ ਵਾਰਤਕ ਰਚਨਾ ਵੀ ਹੋਈ। ਹੁਣ 1708 ਤੋਂ 1850 ਤੱਕ ਦਾ ਜਿਹੜਾ ਸਮਾਂ ਹੈ, ਇਹ ਵੀ ਕਾਫੀ ਮਹੱਤਵਪੂਰਨ ਹੈ। ਇਸ ਸਮੇਂ ਤੱਕ ਪੰਜਾਬੀ ਦੀ ਟਕਸਾਲੀ ਬੋਲੀ ਦਾ ਜਨਮ ਹੋ ਗਿਆ ਤੇ ਭਾਈ ਗੁਰਦਾਸ ਵਰਗੇ ਲੇਖਕ ਜਿਹੜੇ ਸੀ, ਉਹਨਾਂ ਨੇ ਵੀ ਆਪਣਾ ਰੋਲ ਪਾਇਆ। ਉਹਨਾਂ ਨੇ 39 ਵਾਰਾਂ ਲਿਖੀਆਂ ਤੇ ਉਹਨਾਂ ਦੀ ਭਾਸ਼ਾ ਤੇ ਲਹਿੰਦੀ ਦਾ ਤੇ ਬ੍ਰਿਜ ਭਾਸ਼ਾ ਦਾ ਪ੍ਰਭਾਵ ਸੀ। 17ਵੀਂ ਸਦੀ 'ਚ ਹਾਸ਼ਮ ਅਤੇ 18ਵੀਂ ਸਦੀ 'ਚ ਬੁੱਲੇ ਸ਼ਾਹ ਨੇ ਪੰਜਾਬੀ ਦਾ ਰੁੱਖ ਬਦਲਿਆ ਤੇ ਉਹਨਾਂ ਨੇ ਪੰਜਾਬੀ ਦੇ ਵਿੱਚ ਬਹੁਤ ਸਾਰੇ ਸ਼ੁੱਧ ਪੰਜਾਬੀ ਸ਼ਬਦ ਜਿਹੜੇ ਸੀ ਉਹ ਵਰਤੇ ਤੇ ਉੱਚ ਕੋਟੀ ਦਾ ਸਾਹਿਤ ਲਿਖਿਆ। ਪੰਜਾਬੀ ਭਾਸ਼ਾ 'ਚ ਵਾਰਤਕ ਲਿਖਣ ਦਾ ਰੁਝਾਨ ਪੈਦਾ ਹੋ ਗਿਆ ਤੇ ਪੰਜਾਬੀ ਭਾਸ਼ਾ 1849 ਤੋਂ ਲੈ ਕੇ 50 ਤੱਕ ਸਾਰਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਇਸ ਨਾਲ ਫਾਰਸੀ ਦੇ ਨਾਲ ਅੰਗਰੇਜ਼ੀ ਭਾਸ਼ਾ ਦਾ ਮੇਲ-ਜੋਲ ਵੀ ਪੰਜਾਬੀ ਨਾਲ ਹੋਣ ਲੱਗਾ। ਫਾਰਸੀ ਵਾਲੀਆਂ ਸਾਰੀਆਂ ਪ੍ਰਵਿਰਤੀਆਂ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਸਦਕਾ ਹੌਲੀ-ਹੌਲੀ ਖਤਮ ਹੋਣ ਲੱਗੀਆਂ ਤੇ ਪੰਜਾਬੀਆਂ ਦਾ ਆਪਣਾ ਜਦੋਂ ਆਪਣਾ ਪੰਜਾਬੀਆਂ ਦਾ ਰਾਜ ਸੀ, ਉਸ ਵੇਲੇ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ 'ਚ ਤਾਂ ਪੰਜਾਬੀ ਨੇ ਕਾਫੀ ਤਰੱਕੀ ਕੀਤੀ।
ਬਹੁਤ ਸਾਰੇ ਕਿੱਸਾਕਾਰ ਹਾਸ਼ਮ, ਫਜ਼ਲ ਸ਼ਾਹ ਸੋਹਣੀ ਮਹੀਵਾਲ ਲਿਖਿਆ, ਪੂਰਨ ਭਗਤ ਕਿੱਸਾ ਕਾਦਰੀਆ ਨੇ ਲਿਖਿਆ ਤੇ ਕਾਫੀ ਯੋਗਦਾਨ ਪਾਇਆ। ਪਰ ਰਣਜੀਤ ਸਿੰਘ ਦਾ ਰਾਜ ਕਾਇਮ ਹੋਣ ਤੋਂ ਬਾਅਦ ਪਹਿਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤਿਕ ਉਥਲ-ਪੁਥਲ ਤਾਂ ਹੋਈ ਤੇ ਉਸ ਤੋਂ ਬਾਅਦ ਥੋੜੀ ਬਹੁਤ ਸਾਹਿਤਿਕ ਰਚਨਾ ਹੋਈ ਤੇ ਫਿਰ ਅੰਗਰੇਜ਼ੀ ਰਾਜ ਸਥਾਪਿਤ ਹੋਣ ਨਾਲ ਕਾਫੀ ਸਾਰਾ ਜਿਹੜਾ ਅਸਰ ਹੈ ਇਸ ਤੇ ਪਿਆ ਤੇ ਜਦੋਂ ਅੰਗਰੇਜ਼ੀ ਰਾਜ ਹੋਇਆ ਸਥਾਪਿਤ ਤੇ ਉਸ ਵੇਲੇ ਬਹੁਤ ਸਾਰੇ ਨਵੇਂ ਸ਼ਬਦ ਆ ਗਏ, ਨਵੇਂ ਸਾਹਿਤ ਰੂਪ ਆ ਗਏ ਤੇ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ ਹੈ ਉਹ ਹੋਇਆ ਵੀ ਤੇ ਰੁਕਿਆ ਵੀ ਦੋਵੇਂ ਤਰ੍ਹਾਂ ਨਾਲ ਮਤਲਬ ਬਹੁਤ ਜ਼ਿਆਦਾ ਜਿਹੜੀ ਨਾ ਤੇ ਬਹੁਤ ਤਰੱਕੀ ਹੋਈ ਨਾ ਬਹੁਤ ਰੁਕਿਆ ਮਤਲਬ ਦਰਮਿਆਨਾ ਜਿਹਾ ਰਿਹਾ। ਜਿੱਥੇ ਅੰਗਰੇਜ਼ੀ ਭਾਸ਼ਾ ਰਾਹੀਂ ਸਾਨੂੰ ਪੰਜਾਬੀ ਦੇ ਨਵੇਂ ਵਿਸ਼ੇ ਤੇ ਰੂਪ ਮਿਲੇ ਉੱਥੇ ਅੰਗਰੇਜ਼ੀ ਭਾਸ਼ਾ ਦਾ ਸਾਡੀ ਮਾਤ ਭਾਸ਼ਾ ਤੇ ਡੂੰਘਾ ਅਸਰ ਹੋਇਆ। ਅੰਗਰੇਜ਼ੀ ਰਾਜ ਦੀਆਂ ਪੰਜਾਬ ਵਿੱਚ ਸਥਾਪਨਾ ਨਾਲ ਇਹ ਬੜੇ ਸਕੂਲ ਵੀ ਖੁੱਲੇ, ਪੜ੍ਹਾਈ ਲਿਖਾਈ ਦਾ ਸ਼ੁਰੂਆਤ ਹੋਈ। ਨਵੇਂ-ਨਵੇਂ ਨਾਟਕਕਾਰ ਸਾਹਮਣੇ ਆਏ। ਈਸ਼ਵਰ ਚੰਦਰ ਨੰਦਾ ਨੇ ਆਪਣਾ ਪਹਿਲਾ ਨਾਟਕ ਲਿਖਿਆ, ਸੰਤ ਸਿੰਘ ਸੇਖੋਂ ਨੇ ਲਿਖਿਆ। ਅੰਗਰੇਜ਼ੀ ਕਾਲ ਵਿੱਚ ਹੀ ਜਿਹੜੇ ਸਨ ਯੂਨੀਵਰਸਿਟੀਆਂ ਦੀ ਥੋੜ੍ਹੀ ਬਹੁਤ ਕਾਲਜਾਂ ਦੀ ਸ਼ੁਰੂਆਤ ਹੋਈ ਤੇ 1947 ਦੀ ਫਿਰ ਦੇਸ਼ ਵੰਡ ਦੀ ਜੇ ਗੱਲ ਕਰੀਏ ਤੇ ਰਾਜਨੀਤਿਕ ਲਹਿਰਾਂ ਨੇ ਖਾਸ ਕਰਕੇ ਸਿੰਘ ਸਭਾ ਲਹਿਰ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਯਤਨ ਕੀਤੇ ਤੇ 1850 ਈਸਵੀ ਤੋਂ ਹੁਣ ਤੱਕ ਬਹੁਤ ਸਾਰੀ ਵਾਰਤਕ ਜਿਹੜੀ ਸੀ ਉਹਨਾਂ ਨੇ ਲਿਖੀ ਗਦਰ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੰਘ ਸਭਾ ਲਹਿਰ ਨੇ ਬੜਾ ਸਾਹਿਤ ਲਿਖਿਆ, ਲੋਕਾਂ ਨੂੰ ਪ੍ਰੇਰਿਤ ਕਰਨ ਲਈ ਲਿਖਿਆ ਤਾਂ ਉਹ ਸਾਰਾ ਪ੍ਰਭਾਵਸ਼ਾਲੀ ਹੋਇਆ। ਉਸ ਤੋਂ ਬਾਅਦ ਭਾਈ ਵੀਰ ਸਿੰਘ ਨੇ ਆਪਣੀਆਂ ਰਚਨਾਵਾਂ, ਕਵਿਤਾ, ਵਾਰਤਕ ਲਿਖੀ ਤੇ ਪੰਜਾਬੀ ਦੀ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ। ਉਹਨਾਂ ਦੀ ਪ੍ਰੇਰਨਾ ਨਾਲ ਹੋਰ ਕਵੀਆਂ ਨੇ ਵੀ ਲਿਖਿਆ। ਪੂਰਨ ਸਿੰਘ, ਧਨੀਰਾਮ ਚਾਤਰਿਕ, ਅਨੇਕਾਂ ਕਵੀ ਜਿਹੜੇ ਹਨ ਉਹਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰਚਨਾਵਾਂ ਲਿਖੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1947 ਤੋਂ ਬਾਅਦ ਆਪਾਂ ਦੇਸ਼ ਵੰਡ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ ਹੁਣ ਤੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਯਤਨਾਂ ਸਦਕਾ ਪੰਜਾਬੀ ਦੇ ਕਈ ਵਿਆਕਰਨ ਹੋਂਦ ਵਿੱਚ ਆਏ ਜਿਨ੍ਹਾਂ ਨਾਲ ਇਸ ਨੂੰ ਲਿਖਣ ਅਤੇ ਸਮਝਣ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਉੱਤੇ ਵਿਚਾਰ ਕੀਤਾ ਗਿਆ ਤੇ ਪੰਜਾਬੀ ਦੀਆਂ ਤਿੰਨਾਂ ਯੂਨੀਵਰਸਿਟੀਆਂ ਵਿੱਚ ਸਥਾਪਿਤ ਪੰਜਾਬੀ ਵਿਭਾਗਾਂ ਨੇ ਕਈ ਖੋਜ ਪੱਤਰ, ਥੀਸਿਸ ਲਿਖਵਾ ਕੇ ਪੰਜਾਬੀ ਭਾਸ਼ਾ ਦਾ ਮੂੰਹ ਮੱਥਾ ਬਦਲਿਆ ਤੇ 1966 ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ। ਤੇ ਜਦੋਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ, ਪੰਜਾਬੀ ਸੂਬੇ ਦੀ ਸਥਾਪਨਾ ਹੋਈ ਤੇ 1967 ਵਿੱਚ ਰਾਜ ਭਾਸ਼ਾ ਐਕਟ ਜਿਹੜਾ ਹੈ ਉਹ ਲਾਗੂ ਹੋਇਆ ਤੇ 13 ਅਪ੍ਰੈਲ 1968 ਤੋਂ ਪੰਜਾਬ ਸਰਕਾਰ ਦੇ ਕੰਮਾਂ ਕਾਜਾਂ ਲਈ ਉਹਨਾਂ ਦੀ ਸੈਕਟਰੀਏਟ ਦੇ ਵਿੱਚ ਜਾਂ ਭਾਸ਼ਾ ਵਰਤੀ ਜਾਣ ਲੱਗੀ ਤੇ ਪੰਜਾਬ ਵਿੱਚ BA ਪੱਧਰ ਤੱਕ ਪੰਜਾਬੀ ਪੜ੍ਹਨੀ ਸ਼ੁਰੂ ਹੋ ਗਈ। ਦਫ਼ਤਰਾਂ ਵਿੱਚ ਤੇ ਹੋਰ ਵਿਸ਼ਿਆਂ 'ਚ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ ਤੇ ਪੰਜਾਬੀ ਵਿੱਚ ਅਧਿਆਤਮਕ, ਧਾਰਮਿਕ, ਰਾਜਨੀਤਿਕ, ਰੋਮਾਂਟਿਕ ਤੇ ਆਧੁਨਿਕ ਵਿਸ਼ਿਆਂ ਬਾਰੇ ਵਿਚਾਰ ਵਟਾਂਦਰਾ ਹੋਣ ਲੱਗਾ। ਇਤਿਹਾਸ ਤੇ ਰਾਜਨੀਤੀ ਦੀ ਚਰਚਾ ਹੋਣ ਲੱਗੀ ਤੇ ਹੌਲੀ-ਹੌਲੀ ਪੰਜਾਬੀ ਭਾਸ਼ਾ ਜਿਹੜੀ ਹੈ ਆਪਣਾ ਨਿੱਘਰ ਸਥਾਨ ਜਿਹੜਾ ਹਾਸਲ ਕਰ ਰਹੀ ਹੈ। 1986 ਤੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪਹਿਲਾਂ ਪੰਜਾਬੀ ਕੇਵਲ ਚੋਣਵੇਂ ਵਿਸ਼ੇ ਵਜੋਂ ਸੀ ਪਰ 1986 ਤੋਂ ਪੰਜਾਬੀ ਇੱਕ ਕੰਪਲਸਰੀ ਵਿਸ਼ੇ ਵਜੋਂ ਪੜ੍ਹੀ ਜਾਣ ਲੱਗੀ ਜਿਸ ਕਾਰਨ ਇਸ ਦਾ ਵਿਕਾਸ ਹੋਇਆ ਤੇ ਅੱਜ ਪੰਜਾਬੀ ਕੋਈ ਪਛੜੀ ਹੋਈ ਨਹੀਂ ਸਗੋਂ ਅਮੀਰ ਵਿਰਸੇ ਨਾਲ ਜੁੜੀ ਹੋਈ ਸਾਹਿਤਿਕ ਭਾਸ਼ਾ ਹੈ ਜਿਸ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਤੇ ਬਹੁਤ ਸਾਰੀਆਂ ਸਾਹਿਤ ਸਭਾਵਾਂ ਬਹੁਤ ਸਾਰੀਆਂ ਸਰਕਾਰੀ ਸਰਪ੍ਰਸਤੀ ਵਾਲੀਆਂ ਸਾਹਿਤ ਸਭਾਵਾਂ, ਸਾਹਿਤ ਕਲਾ, ਸਾਹਿਤ ਅਕੈਡਮੀ, ਕਲਾ ਅਕੈਡਮੀ ਜਾਂ ਪੰਜਾਬ ਸਾਹਿਤ ਅਕੈਡਮੀ ਜਾਂ ਪੰਜਾਬੀ ਸਾਹਿਤ ਅਕੈਡਮੀ ਇਹਦੇ ਵਾਸਤੇ ਯਤਨਸ਼ੀਲ ਹਨ ਤੇ ਪੰਜਾਬੀ ਭਾਸ਼ਾ 'ਚ ਹਰ ਪ੍ਰਕਾਰ ਦੇ ਵਿਸ਼ਿਆਂ ਬਾਰੇ ਅੱਜ-ਕੱਲ੍ਹ ਵਿਗਿਆਨ, ਸੱਭਿਆਚਾਰ, ਡਾਕਟਰ, ਕੰਪਿਊਟਰ, ਰਾਜਨੀਤੀ, ਆਰਥਿਕਤਾ ਸਾਰਿਆਂ ਵਿਸ਼ਿਆਂ ਤੇ ਪੰਜਾਬੀ ਦੀ ਸ਼ਬਦਾਵਲੀ ਜਿਹੜੀ ਆ ਵਿਕਾਸ ਕਰ ਰਹੀ ਹੈ ਤੇ ਅੱਜ ਵਿਸ਼ਵ ਪੱਧਰ ਤੇ ਜੇਕਰ ਅਸੀਂ ਵੇਖੀਏ ਤੇ ਪੰਜਾਬੀ ਭਾਸ਼ਾ ਦਾ ਜਿਹੜਾ ਆਪਣਾ ਬਹੁਤ ਵਧੀਆ ਦਰਜਾ ਹੈ ਔਰ ਪੰਜਾਬੀ ਭਾਸ਼ਾ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਭਰ ਦੀਆਂ ਭਾਸ਼ਾਵਾਂ ਦੇ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹੋਏ ਕੁਝ ਵਿਦਵਾਨ ਇਸ ਨੂੰ ਕਹਿੰਦੇ ਆ ਕਿ ਇਹ 14ਵੇਂ ਦਰਜੇ ਤੇ ਆ, ਕੁਝ 13ਵੇਂ ਤੇ ਦਰਜੇ ਤੇ ਕਹਿੰਦੇ ਆ ਪਰ ਕੁਝ ਵੀ ਕਹੀਏ ਤਾਂ ਵਿਕਸਿਤ ਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਵੀ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ ਹੈ ਉਹ ਕਰਨ ਦੇ ਵਿੱਚ ਬੜੀ ਜ਼ਿਆਦਾ ਆਪਣੀ ਭੂਮਿਕਾ ਨਿਭਾਈ ਹੈ ਤੇ ਇਸ ਵੇਲੇ ਜੋ ਸਾਡਾ ਸੋਸ਼ਲ ਮੀਡੀਆ ਹੈ ਉਸ ਦੇ ਵਿੱਚ ਵੀ ਪੰਜਾਬੀ ਜਿਹੜੀ ਆ ਵਰਤਮਾਨ ਸਮੇਂ ਆਪਣਾ ਹਰ ਤਰ੍ਹਾਂ ਦੀਆਂ ਅਖਬਾਰਾਂ ਤੇ ਮੀਡੀਆ ਨਾਲ ਜੁੜੀ ਹੋਣ ਕਰਕੇ ਇਸ ਦੀ ਕਾਫੀ ਸਾਰੀ ਵਰਤੋਂ ਹੈ ਪੰਜਾਬੀ ਗਿਣਤੀ ਦੇ ਆਧਾਰ ਤੇ
ਦੁਨੀਆ ਦੀ 10ਵੀਂ ਸਭ ਤੋਂ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ 10 ਕਰੋੜ ਤੋਂ ਜ਼ਿਆਦਾ ਲੋਕ ਇਸ ਨੂੰ ਬੋਲਦੇ ਆ। ਪੰਜਾਬੀ ਬੋਲੀ ਨੂੰ ਸਭ ਤੋਂ ਜ਼ਿਆਦਾ ਲੋਕ ਬੋਲਣ ਵਾਲੇ ਪਾਕਿਸਤਾਨ 'ਚ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਪ੍ਰਵਾਸੀ ਜਿਹੜੇ ਗਏ ਆ ਉਹ ਬੋਲਦੇ ਆ ਤੇ ਅੰਗਰੇਜ਼ੀ ਤੇ ਫ਼ਾਰਸੀ ਦਾ ਜਿਹੜਾ ਜਾਂ ਹਿੰਦੀ ਦਾ ਪ੍ਰਚਾਰ-ਪ੍ਰਸਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਦਾ ਆਪਣਾ ਵੱਖਰਾ ਸਥਾਨ ਹੈ। ਇਹ ਬਹੁਤ ਸਾਰੇ ਪੜਾਵਾਂ ਤੋਂ ਗੁਜ਼ਰੀ ਹੈ ਹੁਣ ਤੱਕ।